आओ संगत जी ਆਪਾਂ ਅਗਲਾ ਸਵਾਲ ਲਈਏ। ਅਗਲਾ ਸਵਾਲ ਜਿਹੜਾ ਹੈ ਇਹ ਸਰਦਾਰ ਸੁਰਜੀਤ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ ਭੇਜਿਆ ਤੇ ਸਵਾਲ ਜਿਹੜਾ ਹੈਗਾ ਇਹ ਥੋੜਾ ਲੰਬਾ ਹੈਗਾ। ਮੈਂ ਉਹ 'ਚ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਦੱਸਾਂਗਾ ਕਿ ਦਸਮ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ ਤੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਮਹਿਲਾ ਪਹਿਲੇ ਤੋਂ 9 ਤੱਕ ਅੰਕਿਤ ਹੈ। ਹਰ ਮਹੱਲਾ ਨਾਨਕ ਲਿਖਿਆ ਹੈ ਕਿ ਸ਼ਰਧਾਲੂ ਸਿੱਖਾਂ ਨੇ ਗੁਰੂ ਸ਼ਬਦ ਪ੍ਰਚਲਿਤ ਕੀਤਾ ਹੈ। ਅਗਲੀ ਗੱਲ ਉਹਨਾਂ ਨੇ ਮਤਲਬ ਕਹੀ ਹੈ ਜਿਹੜੇ ਭਗਤ ਨੇ ਵੀ ਆਇਆ ਭਗਤਾਂ ਦੀ ਕੋਈ ਵੱਖਰੀ ਕੈਟਾਗਰੀ ਹੈ ਜਾਂ ਵੱਖਰਾ ਕੋਈ ਸਥਾਨ ਹੈ। ਇਹ ਮੈਂ ਜਿਵੇਂ ਪਹਿਲੇ ਬੇਨਤੀ ਕੀਤੀ ਹੈ, ਸਵਾਲ ਬੜਾ ਲੰਬਾ ਹੈਗਾ ਤੇ ਮੈਂ ਬੇਨਤੀ ਕਰਾਂਗਾ ਸਾਹਿਬ ਪ੍ਰਭ ਕੀਰਤਨ ਸਿੰਘ ਜੀ ਨੂੰ ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਚਾਨਣਾ ਪਾਉਣ। ਸਾਹਿਬ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਵੀਰ ਜੀ ਨੇ ਕਿਹਾ, ਵੀਰ ਜੀ ਨੇ ਸਵਾਲ ਤਾਂ ਇੱਕੋ ਭੇਜਿਆ ਪਰ ਇਹ ਸਵਾਲ ਅਸਲ ਵਿੱਚ ਇੱਕ ਨਹੀਂ ਹੈ, ਇਹਦੇ ਵਿੱਚ ਬਹੁਤ ਸਾਰੇ ਸਵਾਲ ਉਹਨਾਂ ਨੇ ਖੜੇ ਕਰ ਦਿੱਤੇ ਨੇ। ਦਾਸ ਕੋਸ਼ਿਸ਼ ਕਰੇਗਾ ਕਿ ਉਹਨਾਂ ਦੇ ਸਵਾਲ ਦੇ ਸਾਰੇ ਪੱਖਾਂ ਨੂੰ ਮੈਂ ਟੱਚ ਕਰਾਂ। ਤੋ ਪਹਿਲਾ ਤਾਂ ਸਵਾਲ ਉਹਨਾਂ ਨੇ ਗੁਰੂ ਤੇ ਭਗਤ ਇਹ ਜੋ ਦੋ ਸ਼ਬਦ ਵਰਤੇ ਗਏ ਹਨ ਉਹਨਾਂ ਦੇ ਬਾਰੇ ਇਹਨਾਂ ਨੇ ਫਰਕ ਦੀ ਗੱਲ ਕੀਤੀ ਹੈ। ਤੋ ਇਹ ਗੱਲ ਸਾਨੂੰ ਆਰੰਭ ਵਿੱਚ ਹੀ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ ਤੇ ਸਾਰੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਅਸੀਂ ਇਸ ਨੂੰ 10 ਗੁਰੂ ਸਾਹਿਬ ਦੀ ਜਾਗਤੀ ਜੋਤ ਸਮਝ ਕੇ ਉਹਦੇ ਔਰ ਆਪਣੇ ਮੌਜੂਦਾ ਜੋ ਤਖਤ ਤੇ ਬਿਰਾਜਮਾਨ ਗੁਰੂ ਦੇ ਤੌਰ ਦੇ ਉੱਤੇ ਔਰ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਾਂ। ਤੋ ਇਸ ਦੇ ਵਿੱਚ ਅਸੀਂ ਸਾਰੇ ਗੁਰੂ ਸਾਹਿਬ ਨੂੰ ਵੀ ਨਾਲ ਹੀ ਮੱਥਾ ਟੇਕਦੇ ਹਾਂ ਤੇ ਭਗਤ ਸਾਹਿਬਾਨ ਤੇ ਗੁਰਸਿੱਖਾਂ ਨੂੰ ਵੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਵੀ ਨਾਲ ਹੀ ਅਸੀਂ ਮੱਥਾ ਟੇਕਦੇ ਹਾਂ। ਸੋ ਸਤਿਕਾਰ ਦੇ ਪੱਖੋਂ ਸਿੱਖਾਂ ਵੱਲੋਂ ਕਿਸੇ ਕਿਸਮ ਦਾ ਵੀ ਕੋਈ ਭਿੰਨ ਭੇਦ ਨਹੀਂ ਕੀਤਾ ਜਾਂਦਾ। ਇਹ ਗੱਲ ਸਾਨੂੰ ਪਹਿਲਾਂ ਇੱਕ ਵਾਰੀ ਯਾਦ ਕਰ ਲੈਣੀ ਚਾਹੀਦੀ ਹੈ। ਅੱਗੋਂ ਆਪ ਜੀ ਨੇ ਪੁੱਛਿਆ ਕਿ ਕੀ ਭਗਤ ਸਾਹਿਬਾਨ ਵੇਲੇ ਗੁਰੂ ਸ਼ਬਦ ਪ੍ਰਚਲਿਤ ਨਹੀਂ ਸੀ ਜਾਂ ਕੀ ਉਹਨਾਂ ਦੇ ਸਵਾਲ ਵਿੱਚ ਇਹ ਵੀ ਗੱਲ ਸਮਝ ਆਉਂਦੀ ਹੈ ਕਿ ਗੁਰੂ ਸ਼ਬਦ ਜਿਹੜਾ ਹੈ ਕਿ ਉਹ ਭਗਤ ਤੋਂ ਉੱਚੀ ਪਦਵੀ ਹੈ ਜਿਹੜੀ ਅਸੀਂ ਗੁਰੂ ਸਾਹਿਬਾਨ ਵਾਸਤੇ ਵਰਤਦੇ ਹਾਂ ਤੇ ਭਗਤਾਂ ਵਾਸਤੇ ਅਸੀਂ ਭਗਤ ਵਰਤਦੇ ਹਾਂ ਤੇ ਗੁਰੂ ਕਿਉਂ ਨਹੀਂ ਵਰਤਦੇ। ਤਾਂ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਗੁਰੂ ਸ਼ਬਦ ਇੱਕ ਪੁਰਾਤਨ ਸ਼ਬਦ ਹੈ ਤੇ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਵੀ ਇਹ ਸ਼ਬਦ ਲਾਜ਼ਮੀ ਤੌਰ ਦੇ ਉੱਤੇ ਇਹ ਮੌਜੂਦ ਹੀ ਸੀਗਾ ਔਰ ਅਸੀਂ ਇਹ ਮੰਨ ਸਕਦੇ ਹਾਂ ਕਿ ਘੱਟੋ ਘੱਟ ਕੁਝ ਕੁ ਭਗਤ ਸਾਹਿਬਾਨ ਦੇ ਪੈਰੋਕਾਰ ਉਹਨਾਂ ਦੇ ਲਈ ਇਹ ਸ਼ਬਦ ਜ਼ਰੂਰ ਵਰਤਦੇ ਹੋਣਗੇ, ਉਹਨਾਂ ਨੂੰ ਗੁਰੂ ਕਹਿੰਦੇ ਹੋਣਗੇ। ਪਰ ਇੱਥੇ ਨਾਲ ਹੀ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਸਨਾਤਨ ਸਮਾਜ ਦੇ ਵਿੱਚ ਗੁਰੂ ਦਾ ਦਰਜਾ ਆਮ ਤੌਰ ਦੇ ਉੱਤੇ ਇੱਕ ਪਰਿਵਾਰ ਦਾ, ਕੁੱਲ ਦਾ, ਘਰਾਣੇ ਦਾ ਜਾਂ ਕਿਸੇ ਖਾਸ ਇੰਸਟੀਟਿਊਸ਼ਨ ਦਾ ਜਿਹੜਾ ਟੀਚਰ ਹੁੰਦਾ ਸੀ ਉਹਦੇ ਵਾਸਤੇ ਹੀ ਵਰਤਿਆ ਜਾਂਦਾ ਸੀ, ਜਿਹੜਾ ਸਿੱਖਿਆ ਦਿੰਦਾ ਸੀ। ਔਰ ਉਸਦੇ ਕੁਝ ਕੁ ਸ਼ਰਧਾਲੂ ਗਿਣਤੀ ਦੇ ਹੀ ਹੁੰਦੇ ਸਨ ਜਿਹੜੇ ਇੱਕ ਵਿਅਕਤੀ ਦੇ ਵਾਸਤੇ ਇਹ ਸ਼ਬਦ ਵਰਤਦੇ ਸਨ। ਪਰ ਸਨਾਤਨ ਸਮਾਜ ਵਿੱਚ ਇੱਕ ਹੋਰ ਵੀ ਕੈਟਾਗਰੀ ਸੀ ਜਿਹਨੂੰ ਕਈ ਸ਼ਬਦਾਂ ਦੇ ਨਾਲ ਰਿਸਪੈਕਟ ਦਿੱਤੀ ਜਾਂਦੀ ਸੀ। ਰਿਸ਼ੀ, ਮਹਾਰਿਸ਼ੀ, ਭਗਵਾਨ ਅਤੇ ਇਸ ਕਿਸਮ ਦੇ ਸ਼ਬਦ ਜੋ ਵਰਤੇ ਜਾਂਦੇ ਸਨ ਉਹ ਉਹਨਾਂ ਮਹਾਨ ਵਿਅਕਤੀਆਂ ਲਈ ਵਰਤੇ ਜਾਂਦੇ ਸਨ ਜਿਹੜੇ ਉਹਨਾਂ ਵਿਅਕਤੀਆਂ ਨਾਲੋਂ ਬਹੁਤ ਉੱਚੇ ਗਿਣੇ ਜਾਂਦੇ ਸਨ ਜਿਨ੍ਹਾਂ ਨੂੰ ਗੁਰੂ ਕਿਹਾ ਜਾਂਦਾ ਸੀ। ਪਰ ਅਸੀਂ ਇਸ ਨੂੰ ਇੱਕ ਨਿਯਮ ਨਹੀਂ ਕਹਿ ਸਕਦੇ। ਸੋ ਇਹ ਕਹਿਣਾ ਕਿ ਭਾਰਤੀ ਪਰੰਪਰਾ ਵਿੱਚ ਗੁਰੂ ਨਾ ਕਹਿ ਕੇ ਭਗਤ ਕਹਿੰਦੇ ਹਾਂ, ਇਹ ਉਹਨਾਂ ਨੂੰ ਕੋਈ ਗੌਣ ਦਰਜੇ ਵਿੱਚ ਦਰਸਾਉਣ ਦੀ ਭਾਵਨਾ ਹੈ। ਇਹ ਸੋਚਣਾ ਸਹੀ ਨਹੀਂ ਕਿ ਕਿਸੇ ਨੂੰ ਭਗਤ ਕਹਿਣਾ ਤੇ ਗੁਰੂ ਨਾ ਕਹਿਣਾ ਕਿਤੇ ਉਹਨਾਂ ਨੂੰ ਗੌਣ ਨੀਵੇਂ ਦਰਜੇ ਦੇ ਉੱਤੇ ਰੱਖਣ ਵਾਲੀ ਗੱਲ ਹੈ। ਐਸਾ ਕੁਝ ਵੀ ਨਹੀਂ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਗੁਰੂ ਸ਼ਬਦ ਦੀ ਜਿਹੜੀ ਮਹਾਨਤਾ ਹੈ ਉਹ ਸਿੱਖ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਬਹੁਤ ਹੀ ਵਿਸ਼ੇਸ਼ ਹੈ ਔਰ ਸਿੱਖਾਂ ਦੇ ਵਿੱਚ ਸਭ ਤੋਂ ਉੱਚੀ ਪਦਵੀ ਹੈ। ਰੀਜ਼ਨ ਇਹ ਹੈ ਕਿ ਗੁਰੂ ਸਾਹਿਬਾਨ ਨੇ ਜਿਹੜੇ ਸਾਡੇ ਧਰਮ ਨੂੰ ਚਲਾਉਣ ਵਾਲੇ ਸਨ, ਬਾਨੀ ਸਨ ਸਾਡੇ, ਉਹਨਾਂ ਨੇ ਆਪਣੇ ਆਪ ਨੂੰ ਨਾ ਤਾਂ ਪੈਗੰਬਰ ਕਿਹਾ, ਨਾ ਭਗਵਾਨ ਕਿਹਾ, ਨਾ ਰਿਸ਼ੀ ਮੁਨੀ, ਮਹਾਰਿਸ਼ੀ ਜਾਂ ਹੋਰ ਐਸਾ ਕੋਈ ਵੀ ਉੱਚਤਾ ਵਾਚਕ ਸ਼ਬਦ ਉਹਨਾਂ ਨੇ ਨਹੀਂ ਵਰਤਿਆ। ਸਗੋਂ ਇਸ ਕਰਕੇ ਕਿਉਂਕਿ ਉਹ ਸਾਡੇ ਇੱਕ ਗੁਰੂ ਦਾ ਦਰਜਾ ਰੱਖਦੇ ਹਨ ਅਤੇ ਗੁਰੂ ਨੂੰ ਅਸੀਂ ਸਪੈਸ਼ਲੀ ਸਿਰਫ ਉਹਨਾਂ ਦੇ ਵਾਸਤੇ ਰਿਜ਼ਰਵ ਕਰ ਲਿਆ ਕਿ ਸਾਡੇ ਗੁਰੂ ਕੇਵਲ 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਡਿਸਟਿੰਕਸ਼ਨ ਨਹੀਂ ਹੈ ਕਿ ਗੁਰੂ ਉੱਚਾ ਦਰਜਾ ਹੈ ਤੇ ਭਗਤ ਨੀਵਾਂ ਦਰਜਾ ਹੈ। ਤੋ ਇਹ ਕਹਿਣਾ ਕਿ ਕਿਸੇ ਨੂੰ ਭਗਤ ਕਹਿ ਦਿੱਤਾ ਜਾਂਦਾ ਹੈ ਔਰ ਗੁਰੂ ਨਹੀਂ ਕਿਹਾ ਜਾਂਦਾ ਤਾਂ ਇਹ ਇੱਕ ਗੱਲ ਐਸੀ ਹੈ ਕਿ ਮਤਲਬ ਜਿਹਨੂੰ ਅਸੀਂ ਬਹੁਤੀ ਵੇਟੇਜ ਨਹੀਂ ਦੇ ਸਕਦੇ ਕਿਉਂਕਿ ਅਜਿਹਾ ਅਸਲ ਦੇ ਵਿੱਚ ਕੁਝ ਨਹੀਂ ਹੈ।
ਫਿਰ ਇਸ ਨੂੰ ਨਾ ਤਾਂ ਅਖੌਤੀ ਜਾਤ ਪਾਤ ਦੇ ਨਾਲ ਜੋੜਿਆ ਜਾ ਸਕਦਾ ਹੈ, ਕਿਉਂਕਿ ਅਸੀਂ ਮੱਥਾ ਟੇਕਣ ਵੇਲੇ ਸਾਰੇ ਮਹਾਂਪੁਰਖਾਂ ਨੂੰ ਇਕੱਠਿਆਂ ਹੀ ਮੱਥਾ ਟੇਕਦੇ ਹਾਂ ਔਰ ਬਿਨਾਂ ਜਾਤ ਪਾਤ ਦੇ ਵਿਤਕਰੇ ਦੇ ਟੇਕਦੇ ਹਾਂ। ਔਰ ਸਵਾਲ ਕਰਤਾ ਸਤਿਕਾਰਯੋਗ ਵੀਰ ਜੀ ਨੇ ਪੰਜਾਂ ਪਿਆਰਿਆਂ ਦੀਆਂ ਜ਼ਾਤਾਂ ਦਾ ਵੀ ਜ਼ਿਕਰ ਕਰਕੇ ਇਹ ਕਿਹਾ ਹੈ ਕਿ ਇਹਨਾਂ ਵਿੱਚੋਂ ਬਹੁਤੇ ਨੀਵੀਂ ਜ਼ਾਤ ਦੇ ਸਨ। ਹਾਲਾਂਕਿ ਮੇਰੀ ਨਿੱਜੀ ਰਾਏ ਇਹ ਹੈ ਕਿ ਪੰਜਾਂ ਪਿਆਰਿਆਂ ਦੇ ਵਾਸਤੇ ਸਾਨੂੰ ਅਜਿਹੀਆਂ ਗੱਲਾਂ ਕਰਨੀਆਂ ਬਹੁਤੀਆਂ ਯੋਗ ਨਹੀਂ ਬਣਦੀਆਂ। ਪਰ ਇੱਥੇ ਇਹ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਜੇ 10 ਗੁਰੂ ਸਾਹਿਬਾਨ ਤੋਂ ਬਾਅਦ ਕਿਸੇ ਹੋਰ ਨੂੰ ਸਰੀਰਕ ਰੂਪ ਦੇ ਵਿੱਚ ਗੁਰੂ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਤਾਂ ਉਹ ਕੇਵਲ 5 ਪਿਆਰੇ ਹਨ। ਤੇ 5 ਪਿਆਰਿਆਂ ਦੇ ਅੱਗੇ ਸਤਿਗੁਰੂ ਜੀ ਨੇ ਸਰੀਰਕ 5 ਪਿਆਰਿਆਂ ਦੇ ਅੱਗੇ ਸਤਿਗੁਰੂ ਜੀ ਨੇ ਆਪ ਮੱਥਾ ਵੀ ਟੇਕਿਆ ਤੇ ਅੰਮ੍ਰਿਤ ਦੀ ਦਾਤ ਵੀ ਉਹਨਾਂ ਕੋਲੋਂ ਪ੍ਰਾਪਤ ਕੀਤੀ। ਤੋ ਇਹ ਤੱਥ ਜਿਹੜਾ ਹੈ ਕਿ ਅਸੀਂ ਸ਼ਾਇਦ ਇਹਦੇ ਵਿੱਚ ਕੋਈ ਭਿੰਨ ਭੇਵ ਜਾਤ ਪਾਤ ਦਾ ਕਿਸੇ ਵੀ ਤਰੀਕੇ ਨਾਲ ਹੈ, ਇਸ ਤੋਂ ਉੱਚਾ ਦਰਜਾ ਤੇ ਕਿਸੇ ਸਿੱਖ ਨੂੰ ਪ੍ਰਾਪਤ ਹੀ ਨਹੀਂ ਹੋ ਸਕਦਾ। ਤੇ ਜੇ ਵੀਰ ਜੀ ਕਹਿੰਦੇ ਹਨ ਕਿ ਉਹ ਵੀ ਉੱਚੀਆਂ ਜਾਤਾਂ ਦੇ ਨਹੀਂ ਸਨ, ਅਖੌਤੀ ਉੱਚੀਆਂ ਜਾਤਾਂ ਦੇ ਨਹੀਂ ਸਨ, ਤਾਂ ਫਿਰ ਉਹ ਵਾਲਾ ਸਵਾਲ ਤੇ ਉਹਨਾਂ ਨੇ ਆਪ ਹੀ ਰੱਦ ਕਰ ਦਿੱਤਾ ਕਿ ਬਈ ਜਦ ਗੁਰੂ ਜੀ ਨੇ ਉਹਨਾਂ ਨੂੰ ਮੱਥਾ ਟੇਕ ਕੇ ਅੰਮ੍ਰਿਤ ਦੀ ਦਾਤ ਮੰਗ ਲਈ ਤਾਂ ਇਹ ਸਾਰੀਆਂ ਗੱਲਾਂ ਆਪਣੇ ਆਪ ਹੀ ਰੱਦ ਹੋ ਜਾਂਦੀਆਂ ਨੇ। ਤੋ ਇਹ ਵੀ ਅਸੀਂ ਨਹੀਂ ਕਹਿ ਸਕਦੇ ਕਿ ਗੁਰੂ ਨਾ ਕਹਿਣ ਪਿੱਛੇ ਜਾਂ ਭਗਤ ਕਹਿਣ ਪਿੱਛੇ ਕੋਈ ਜ਼ਾਤ ਪਾਤ ਦਾ ਹਿੱਸਾ ਹੈ ਜਾਂ ਕੋਈ ਹੋਰ ਕਾਰਨ ਹੈ। ਆਪਨੇ ਜਿਹੜਾ ਮਹਿਲਾ ਤੇ ਭਗਤ ਜੀ ਦੇ ਨਾਮ ਜਿਹੜੇ ਵਰਤੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਤੋ ਇੱਥੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਸ਼ਬਦਾਂ ਦੇ ਵਿੱਚ, ਬਾਣੀ ਦੇ ਵਿੱਚ ਕੇਵਲ ਨਾਨਕ ਮੋਹਰ ਹੀ ਵਰਤੀ ਹੈ। ਤੋ ਜੋ ਇਸ ਗੱਲ ਦੀ ਲਿਖਾਇਕ ਹੈ ਕਿ ਸਾਰੇ ਗੁਰੂ ਸਾਹਿਬਾਨ ਆਦਿ ਗੁਰੂ ਨਾਨਕ ਦੇਵ ਜੀ ਦੀ ਹੀ ਜੋਤ ਸਨ, ਤੇ ਇਸੇ ਦਾ ਤੱਥ ਨੂੰ ਮੁੱਖ ਰੱਖ ਕੇ ਮਹਿਲਾ ਸ਼ਬਦ ਵਰਤਿਆ ਗਿਆ ਹੈ ਤੇ ਨਾਲ ਇੰਡੀਕੇਟ ਕੀਤਾ ਗਿਆ ਹੈ ਪਹਿਲਾ, ਦੂਜਾ ਤੇ ਇਸ ਤਰ੍ਹਾਂ 9ਵੇਂ ਤੱਕ ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ ਕਿ ਇਹ ਸ਼ਬਦ ਜੋ ਉਚਾਰਿਆ ਗਿਆ ਹੈ, ਬਾਣੀ ਜੋ ਉਚਾਰੀ ਗਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ, ਦੂਜੇ ਜਾਂ ਹੋਰ ਸਰੀਰਾਂ ਦੇ ਦੁਆਰਾ ਉਚਾਰੀ ਗਈ ਹੈ। ਤੋ ਇਸੇ ਗੱਲ ਨੂੰ ਪ੍ਰਗਟ ਮਹਿਲਾ ਸ਼ਬਦ ਦੀ ਵਰਤੋਂ ਜੋ ਸਤਿਗੁਰੂ ਜੀ ਨੇ ਕੀਤੀ ਹੈ ਉਹ ਸਭ ਤੋਂ ਯੋਗ ਤਰੀਕਾ ਸੀ ਕਿ ਇਹ ਸਤਿਗੁਰੂ ਜੀ ਦਾ ਦੂਜਾ ਸਰੀਰ ਹੈ, ਤੀਜਾ ਸਰੀਰ ਹੈ। ਇਹਦੇ ਵਿੱਚ ਕੋਈ ਖਾਸ ਅਸੀਂ ਕਹੀਏ ਕਿ ਇਹਦੇ ਵਿੱਚ ਕੋਈ ਉੱਚਤਾ ਦਰਸਾਉਣ ਵਾਲੀ ਗੱਲ ਹੋਵੇ, ਉਹ ਨਹੀਂ ਹੈ। ਤੇ ਚੂੰਕਿ ਭਗਤ ਸਾਹਿਬਾਨ ਨੇ ਆਪਣੇ ਨਾਵਾਂ ਰਚਨਾ ਦੇ ਵਿੱਚ ਨਾਵਾਂ ਦੀ ਵਰਤੋਂ ਕੀਤੀ ਹੈ, ਤਾਂ ਸੋ ਮਹਿਲਾ ਸ਼ਬਦ ਤਾਂ ਲੌਜੀਕਲੀ ਹੀ ਉਹਨਾਂ ਲਈ ਨਹੀਂ ਵਰਤਿਆ ਜਾ ਸਕਦਾ ਸੀ। ਉੱਥੇ ਸਤਿਗੁਰੂ ਜੀ ਨੇ ਬੜੇ ਸਤਿਕਾਰ ਦੇ ਨਾਲ ਸ਼ੇਖ ਫਰੀਦ ਜੀਓ ਕੇ, ਭਗਤ ਕਬੀਰ ਜੀਓ ਕੇ ਤੇ ਇਸ ਤਰੀਕੇ ਨਾਲ ਬਾਕੀ ਭਗਤਾਂ ਨੂੰ ਵੀ ਬਹੁਤ ਸਤਿਕਾਰ ਦੇ ਨਾਲ ਉਹਨਾਂ ਨੇ ਐਡਰੈਸ ਕੀਤਾ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਹਿਲਾ ਸ਼ਬਦ ਅਗਰ ਨਹੀਂ ਵਰਤਿਆ ਗਿਆ ਤੇ ਇਹਦੇ ਵਿੱਚ, ਜਿਵੇਂ ਕਿ ਬਾਕੀ ਸਵਾਲ ਦੇ ਵਿੱਚ ਵੀਰ ਜੀ ਨੇ ਇੰਡੀਕੇਟ ਕੀਤਾ ਹੈ ਕਿ ਸ਼ਾਇਦ ਉਹਨਾਂ ਨੂੰ ਉਹ ਦਰਜਾ ਨਹੀਂ ਦਿੱਤਾ ਗਿਆ, ਐਸਾ ਕੁਝ ਵੀ ਨਹੀਂ ਹੈ। ਇਹ ਇੱਕ ਲੌਜੀਕਲ ਤਰੀਕਾ ਸੀ ਲਿਖਣ ਦਾ। ਤੇ ਜੇ ਇੱਕ ਸਵਾਲ ਵੀਰ ਜੀ ਨੇ ਕੀਤਾ ਹੈ ਕਿ ਭਗਤ ਸਾਹਿਬਾਨ ਨੂੰ ਗੁਰੂ ਕਹਿ ਦਿੱਤਾ ਜਾਵੇ ਤਾਂ ਕੀ ਹਰਜ ਹੈ? ਇਸ ਤਰ੍ਹਾਂ ਉਹਨਾਂ ਦੇ ਜਿਹੜੇ ਪੰਥੀ ਹਨ ਉਹਨਾਂ ਦਾ ਇਤਰਾਜ਼ ਹੈ ਉਹ ਹੱਲ ਹੋ ਜਾਵੇਗਾ। ਤਾਂ ਇਹਦੇ ਬਾਰੇ ਮੇਰਾ ਜਵਾਬ ਜੋ ਸਮਝ ਮੈਨੂੰ ਆਈ ਹੈ ਉਹ ਤਾਂ ਇਹੀ ਹੈ ਕਿ ਚੂੰਕਿ ਸਤਿਗੁਰੂ ਜੀ ਨੇ ਆਪ ਉਹਨਾਂ ਵਾਸਤੇ ਭਗਤ ਦਾ ਸਤਿਕਾਰਯੋਗ, ਸਤਿਕਾਰਤ ਸ਼ਬਦ ਵਰਤਿਆ ਹੈ, ਤਾਂ ਸਾਡੇ ਲਈ ਵੀ ਉਹਨਾਂ ਵਾਸਤੇ ਇਹੀ ਸ਼ਬਦ ਵਰਤਣਾ ਯੋਗ ਹੈ। ਇਹ ਜਿਹੜੇ ਦਲੀਲਾਂ ਦਿੱਤੀਆਂ ਜਾਂਦੀਆਂ ਹਨ ਉਹ ਸਾਨੂੰ ਇਹਨਾਂ ਸਾਰੇ ਗੁਰਮਤਿ ਦੀਆਂ ਰੋਸ਼ਨੀ, ਗੁਰਮਤਿ ਦੇ ਜੋ ਪ੍ਰਿੰਸੀਪਲਸ ਹਨ ਜੋ ਸਤਿਗੁਰੂ ਜੀ ਨੇ ਸਾਡੇ ਲਈ ਲੀਹਾਂ ਪਾਈਆਂ ਹਨ, ਪੂਰਨੇ ਪਾਏ ਹਨ, ਉਹਨਾਂ ਦੀ ਰੋਸ਼ਨੀ ਦੇ ਵਿੱਚ ਹੀ ਸਾਨੂੰ ਵਿਚਾਰਨੇ ਚਾਹੀਦੇ ਹਨ। ਤੇ ਸਾਨੂੰ ਕਦੇ ਵੀ ਭਗਤ ਸਾਹਿਬਾਨ ਦਾ ਸਤਿਕਾਰ, ਕਦੇ ਵੀ ਇਹੋ ਜਿਹੀ ਗੱਲ ਆਪਣੇ ਮੂੰਹ ਕਦੇ ਵੀ ਨਹੀਂ ਕੱਢਣੀ ਚਾਹੀਦੀ ਕਿ ਭਗਤ ਸਾਹਿਬਾਨ ਜਿਹੜੇ ਸਨ ਉਹਨਾਂ ਦਾ ਸਤਿਕਾਰ ਸਿੱਖ ਪੰਥ ਦੇ ਵਿੱਚ ਘੱਟ ਹੈ, ਕਿਉਂਕਿ ਅਸਲੀਅਤ ਦੇ ਵਿੱਚ ਅਸੀਂ ਤਾਂ ਉਨਾ ਹੀ ਸਤਿਕਾਰ ਕਰਦੇ ਹਾਂ ਉਹਨਾਂ ਦਾ ਜਿੰਨਾ ਸਤਿਗੁਰੂ ਜੀ ਦਾ ਆਪ ਕਰਦੇ ਹਾਂ। ਆਸ ਹੈ ਵੀਰ ਜੀ ਦੀ ਇਸ ਜਵਾਬ ਨਾਲ ਤਸੱਲੀ ਹੋਈ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬਹੁਤ ਅੱਛੇ ਤਰੀਕੇ ਨਾਲ ਔਰ ਬੜੇ ਡੂੰਘੇ ਵਿਚਾਰ ਦੱਸ ਕੇ ਇਹ ਸਾਨੂੰ ਸਮਝਾਇਆ ਹੈ ਕਿ ਸ਼ਬਦ ਜਿਹੜਾ ਭਗਤ ਜਾਂ ਗੁਰੂ ਹੈ ਇਹ ਕੋਈ ਵਖਰੇਵੇਂ ਲਈ ਨਹੀਂ ਹੈ, ਸਾਰੇ ਸਤਿਕਾਰਯੋਗ ਨੇ। ਪਰ ਮੈਂ ਸਮਝਦਾ ਕਿ ਤੁਸੀਂ ਦੇਖੋ ਸਾਧ ਸੰਗਤ ਜੀ 5 ਸਦੀਆਂ ਤੋਂ ਉੱਤੇ ਹੋ ਗਈ ਗੱਲ, ਪਹਿਲੇ ਤਾਂ ਕਦੀ ਕੋਈ ਐਸਾ ਝਗੜਾ ਨਹੀਂ ਚੱਲਿਆ ਵੀ ਭਗਤ ਜਾਂ ਗੁਰੂ ਦਾ ਸ਼ਬਦ ਜਿਹੜਾ ਕੋਈ ਵੱਖਰਾ ਹੈਗਾ ਜਾਂ ਕੋਈ ਕਿਉਂ ਲਿਖਿਆ। ਇਹ ਤਾਂ ਪਿਛਲੇ ਤਕਰੀਬਨ 4-5 ਦਹਾਕਿਆਂ ਤੋਂ ਮੈਂ ਸਮਝਦਾ ਇਹਦੇ ਪਿੱਛੇ ਵੀ ਇੱਕ ਸਿਆਸੀ ਚਾਲ ਹੈ ਜਿਹੜੀ ਚੱਲੀ ਗਈ। ਔਰ ਇਸ ਕਰਕੇ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰੂ ਨਾਨਕ ਨਾਮ ਲੇਵਾਲ ਸਨ, ਉਹਨਾਂ ਚੋਂ ਇੱਕ ਵੱਖਰਾ ਸੈਕਟ ਕੱਢਣ ਲਈ, ਉਹਨਾਂ 'ਚ ਫੁੱਟ ਪਾਉਣ ਦੇ ਲਈ ਇਹ ਗੱਲ ਜਿਹੜੀ ਇਹ ਬੀਜੀ ਗਈ, ਕਹੀ ਗਈ ਕਿ ਹਾਂ ਜੀ ਭਗਤ ਨੂੰ ਵੀ, ਭਗਤ ਸਾਹਿਬਾਨ ਜਿਹੜੇ ਨੇ
ਉਹਨਾਂ ਦਾ ਦਰਜਾ ਹੋਰ ਹੈ ਜਾਂ ਗੁਰੂ ਸਾਹਿਬ ਦਾ ਹੋਰ ਹੈ, ਗੁਰੂ ਕਿਉਂ ਨਹੀਂ ਕਹਿੰਦੇ। ਤੋ ਹਾਲਾਂਕਿ ਗਰਾਊਂਡ ਲੈਵਲ ਤੇ ਇਹ ਅੱਜ ਦੀ ਤਰੀਕ ਵਿੱਚ ਇਹ ਜਿਹੜੀ ਗੱਲ ਹੈ ਇਹ ਸਮਝਾਉਣੀ ਜਿਹਨਾਂ ਨੇ ਇਹ ਇਸ਼ੂ ਜਿਹਨਾਂ ਦਾ ਹੈ ਇਹ ਕਾਫੀ ਔਖਾ ਹੈ। ਆਪ ਜੀ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ ਹੋਰ ਆਪਾਂ ਕੋਈ 15 ਸਾਲ ਪਹਿਲੇ 12-14 ਸਾਲ ਪਹਿਲੇ ਇਹਦੇ ਤੇ ਬੜਾ ਵੱਡਾ ਇਹ ਵੰਡਰ ਖੜਾ ਹੋਇਆ ਸੀ। ਔਰ ਉਸ ਤੋਂ ਬਾਅਦ ਹੋਇਆ ਕਿ ਉਹਨਾਂ ਚੋਂ ਇੱਕ ਜਿਹੜੇ ਸੋ ਕਾਲ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਵੀ ਰਵਿਦਾਸੀ ਸਿੰਘ, ਉਹਨਾਂ ਨੇ ਆਪਣਾ ਵੱਖਰਾ ਗ੍ਰੰਥ ਵੀ ਬਣਾਇਆ। ਤੋ ਉਹ ਅਜੇ ਤੱਕ ਉਹ ਜਿਹੜਾ ਉਹ ਚੱਲਦਾ ਹੈ, ਕਿਤੇ ਉਹਨਾਂ ਨੇ ਕਰ ਲਿਆ, ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੱਲ ਰਿਹਾ, ਕਿਤੇ ਉਹਨਾਂ ਨੇ ਹਟਾ ਦਿੱਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਵੀ ਇੱਕ ਸਿਆਸੀ ਕਾਰਨਾਂ ਕਰਕੇ ਹਨ, ਉਹ ਆਪਣੀਆਂ ਵੋਟਾਂ ਦਾ ਲਾਭ ਲੈਂਦੇ ਨੇ। ਮੈਂ ਗੱਲ ਇਸ ਕਰਕੇ ਵੀ ਕਹੀ ਹੈ ਕਿ ਕਾਫੀ ਪੁਰਾਣੇ ਸਮਾਂ ਪੰਜਾਬ ਦਾ ਇੱਕ ਵਜ਼ੀਰ ਸਨ, ਉਹਨਾਂ ਨੇ ਜਿਸ ਵੇਲੇ ਇਹ ਰਵਿਦਾਸ ਜੀ ਦਾ ਜਲੰਧਰ ਵਿੱਚ, ਕਿਉਂਕਿ ਬਹੁਤ 3-4 ਦਿਨ ਬੜਾ ਉੱਚੇ ਪੱਧਰ ਤੇ ਮਨਾਇਆ ਜਾਂਦਾ ਉਹਨਾਂ ਦਾ ਜਨਮ ਦਿਨ, ਤਾਂ ਉੱਥੇ ਇੱਕ ਸਿਆਸੀ ਲੀਡਰ ਜਿਹੜੇ ਉਸ ਵੇਲੇ ਮੰਤਰੀ ਸਨ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਭਗਤ ਜੀ ਦੀ ਬਾਣੀ ਹੈ ਇਹਦਾ ਵੱਖਰਾ ਗ੍ਰੰਥ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਜਾਂ ਹੋ ਰਿਹਾ। ਤੇ ਉਸ ਤੋਂ ਬਾਅਦ ਜਲਦੀ ਕੁਝ ਸਾਲਾਂ ਬਾਅਦ ਆ ਵੀ ਗਿਆ ਸੀ। ਤਾਂ ਉੱਥੋਂ ਮੈਨੂੰ ਇਹ ਲੱਗਦਾ ਵੀ ਜਿਵੇਂ ਇੱਕ ਸਿਆਸੀ ਚਾਲ ਹੋਵੇ ਜਾਂ ਜਿਹੜੇ ਸਿੱਖ ਮਤ ਦੇ ਵਿਰੋਧੀ ਨੇ ਉਹਨਾਂ ਨੇ ਇੱਕ ਚਾਲ ਚੱਲੀ ਹੋਵੇ। ਹੁਣ ਸਾਡਾ ਫਰਜ਼ ਤੇ ਬਣਦਾ ਕਿ ਅਸੀਂ ਉਹਨਾਂ ਸਾਰਿਆਂ ਨੂੰ ਇਹ ਗੱਲ ਜਿਵੇਂ ਅੱਜ ਵੀਰ ਜੀ ਨੇ ਸਮਝਾਈ ਇਹ ਸਮਝਾਈ ਜਾਏ, ਔਰ ਉਹਨਾਂ ਦੇ ਹਰ ਕਾਰਜ ਵਿੱਚ ਸਾਨੂੰ ਹਿੱਸਾ ਲੈਣਾ ਚਾਹੀਦਾ। ਕਿਉਂਕਿ ਆਪ ਜੀ ਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਐਸਾ ਵੀ ਦੇਖਣ ਚ ਆਇਆ ਕਿ ਉਹਨਾਂ ਨੇ ਗੁਰਦੁਆਰੇ ਵੀ ਪਿੰਡਾਂ ਦੇ ਵਿੱਚ ਆਪਣੇ ਵੱਖਰੇ ਕਰ ਲਏ, ਵੀ ਇਹ ਜੀ ਉਹਨਾਂ ਦਾ ਗੁਰਦੁਆਰਾ ਹੈ, ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਰਾਮਗੜੀਆਂ ਦਾ ਗੁਰਦੁਆਰਾ ਹੈ। ਇੱਕ ਬੜੀ ਮਤਲਬ ਮਾੜੀ ਚਾਲ ਹੈ ਜਿਹੜੀ ਬਿਲਕੁਲ ਸਿੱਖ ਮਤ ਦੇ ਬੇਸਿਕ ਪ੍ਰਿੰਸੀਪਲ ਦੇ ਖਿਲਾਫ ਹੈ। ਸਿੱਖ ਮਤ ਸਾਰੇ ਸੰਸਾਰ ਨੂੰ ਮਾਨਸ ਦੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਕਹਿੰਦਾ, ਪਰ ਜੇ ਉਹਦੇ 'ਚ ਵੀ ਇਹੋ ਜਿਹੀਆਂ ਗੱਲਾਂ ਆ ਜਾਣ ਵੀ ਰਵਿਦਾਸੀਆਂ ਦਾ ਗੁਰਦੁਆਰਾ ਜੀ, ਇਹ ਰਾਮਗੜੀਆਂ ਦਾ ਗੁਰਦੁਆਰਾ ਹੈ, ਇਹ ਜੱਟਾਂ ਦਾ ਗੁਰਦੁਆਰਾ ਹੈ, ਤੇ ਇਹ ਸਾਡੇ ਲਈ ਇੱਕ ਬੜੀ ਮਾੜੀ ਉਮਰ। ਤਾਂ ਸਾਨੂੰ ਇਸ ਪਾਸੇ ਲੋੜ ਹੈ ਇਹ ਗੱਲ ਕਰਨ ਦੀ। ਔਰ ਮੈਂ ਫਿਰ ਇਹ ਗੱਲ ਨੂੰ ਦੁਹਰਾ ਰਿਹਾ ਕਿ ਸਾਨੂੰ ਉਹਨਾਂ ਦੇ ਹਰ ਕਾਰਜ ਦੇ ਵਿੱਚ ਨਾਲ ਜਾ ਕੇ ਹਿੱਸਾ ਲੈਣਾ ਚਾਹੀਦਾ ਹੈ, ਪਾਰਟਿਸਿਪੇਟ ਕਰਨਾ ਚਾਹੀਦਾ ਹੈ। ਗੁਰਦੁਆਰਾ ਸਾਹਿਬਾਨ ਵਿੱਚ ਜਿੱਥੇ ਆਪਾਂ ਬਾਕੀ ਪੁਰਬ ਮਨਾਉਂਦੇ ਹਾਂ, ਉੱਥੇ ਭਗਤ ਸਾਹਿਬਾਨ ਦੇ ਪੁਰਬ ਜਿਹੜੇ ਨੇ ਉਸੇ ਹੀ ਧੂਮਧਾਮ ਦੇ ਨਾਲ ਜਿਹੜੇ ਨੇ ਮਨਾਉਣੇ ਚਾਹੀਦੇ ਨੇ, ਤਾਂ ਜੇ ਇਹ ਗੱਲ ਜਿਹੜੀ ਪ੍ਰਚਲਿਤ ਵੀ ਕੀਤੀ ਗਈ ਹੈ ਉਹ ਨਾ ਰਵੇ। ਔਰ ਸਾਨੂੰ ਸਾਰਿਆਂ ਨੂੰ ਸਤਿਗੁਰੂ ਕਿਰਪਾ ਕਰਨ, ਅਸੀਂ ਸਾਰੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਈਏ। ਤੋ ਪ੍ਰਭ ਕੀਰਤਨ ਸਿੰਘ ਦਾ ਇੱਕ ਵਾਰੀ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ।